ਮਨਪ੍ਰੀਤ ਜੀ, ਪੰਚਾਇਤੀ ਚੋਣ ਦੇ ਵਿੱਚ 68% ਪੋਲਿੰਗ ਹੋਈ ਹੈ ਜੀ। ਵਸੂ ਜੀ, ਇੱਕ ਮੈਂ ਦੱਸਦਾ ਕਿ ਹੁਣ ਇਹਨੂੰ ਫਿਰ ਰਿਵਾਈਜ਼ ਕੀਤਾ ਗਿਆ ਤੜਕੇ ਸਵੇਰੇ, ਔਰ ਉਸ ਸਵੇਰੇ ਰਿਵਾਈਜ਼ ਕਰਨ ਤੋਂ ਬਾਅਦ ਇਹ ਆંકੜਾ ਹੁਣ 70% ਤੇ ਚਲਾ ਗਿਆ, 77%। ਆਪਣੇ ਆਪ ਚ ਸੁਣਨ ਨੂੰ ਇਹ ਬਹੁਤ ਵਧੀਆ ਆંકੜਾ ਲੱਗਦਾ। ਆંકੜਾ ਇਸ ਕਰਕੇ ਵਧੀਆ ਲੱਗਦਾ ਕਿ ਜਦੋਂ ਕਿਸੇ ਵੀ ਮੁਲਕ ਦੀ ਡੈਮੋਕ੍ਰੇਸੀ ਦੇ ਵਿੱਚ, ਕਿਸੇ ਲੋਕਤੰਤਰ ਦੇ ਵਿੱਚ, ਖਾਸ ਤੌਰ ਤੇ ਜਦੋਂ ਪੰਚਾਇਤੀ ਚੋਣਾਂ ਹੋਣ, ਸਭ ਤੋਂ ਇਹ ਕਿਸੇ ਵੀ ਡੈਮੋਕ੍ਰੇਸੀ ਦਾ ਸਭ ਤੋਂ ਨਿਚਲੀ ਇਕਾਈ ਹੁੰਦੀ ਹੈ। ਜੇ ਉੱਥੇ ਵੋਟਾਂ ਇੰਨੇ ਲੋਕ ਇੰਨੇ ਨਿਕਲ ਕੇ ਬਾਹਰ ਆ ਕੇ ਇਸ ਲੋਕਤੰਤਰ ਜਾਂ ਡੈਮੋਕ੍ਰੇਸੀ ਦੀ VOTING ਦੇ ਵਿੱਚ ਭਾਗ ਲੈਂਦੇ ਨੇ, ਤੇ ਫਿਰ ਮੈਨੂੰ ਲੱਗਦਾ ਬਹੁਤ ਵਧੀਆ ਗੱਲ ਹੈ। ਪਰ ਇੱਥੇ ਦਾ ਦੂਸਰਾ ਪਹਿਲੂ ਕੀ ਹੈ, ਬੀਤੇ ਕੱਲ ਵੀ ਜਦੋਂ ਚੋਣਾਂ ਪੈ ਰਹੀਆਂ ਸੀ ਤੇ ਪੰਜਾਬ ਦੇ ਘੱਟੋ ਘੱਟ 12-13 ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਦੇਖੀਆਂ ਗਈਆਂ। 3 ਜਗ੍ਹਾ ਤੇ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ, ਕਈ ਜਗ੍ਹਾ ਪਥਰਾਅ ਹੋਇਆ, ਕਈ ਜਗ੍ਹਾ ਇਸ ਤਰ੍ਹਾਂ ਦੇ ਵੱਟੇ ਮਾਰੇ ਗਏ, ਰੋੜੇ ਮਾਰੇ ਗਏ ਇੱਕ ਦੂਸਰੇ ਤੇ, ਔਰ ਇਸ ਨਾਲ ਲੋਕ ਜਿਹੜੇ ਗਏ ਸੀ ਵੋਟਾਂ ਪਾਉਣ ਉਹ ਤਾਂ ਜ਼ਖਮੀ ਹੋਏ ਆ। ਇੱਥੋਂ ਤੱਕ ਕਿ ਜਿਹੜੇ ਪੁਲਿਸ ਕਰਮੀ ਸੀ, ਜਿਹੜੇ ਸੁਰੱਖਿਆ ਦੇ ਵਿੱਚ ਤਾਇਨਾਤ ਹੁੰਦੇ ਆ, ਉਹਨਾਂ ਨੂੰ ਵੀ ਜ਼ਖਮੀ ਹੋਣ ਦੀਆਂ ਉਹਨਾਂ ਦੀਆਂ ਖਬਰਾਂ ਆ ਰਹੀਆਂ ਨੇ। ਇਹ ਸਾਰਾ ਕੁਝ ਕਿਉਂ ਹੋ ਰਿਹਾ? ਤੁਸੀਂ ਦੇਖੋ, ਲਗਾਤਾਰ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ, ਉਹ ਵੀ ਚੱਲ ਰਿਹਾ ਸੀ, ਤੇ ਉਸ ਵਕਤ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ। ਤੇ ਪੰਜਾਬ ਸਰਕਾਰ ਦੇ ਵੀ ਤੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਦੇ ਇਹ ਦਾਅਵੇ ਸੀ ਕਿ ਅਸੀਂ ਚੋਣਾਂ ਬਿਲਕੁਲ ਨਿਰਪੱਖ ਹੋ ਕੇ ਬਗੈਰ ਕਿਸੇ ਡਰ ਤੋਂ ਭੈ ਤੋਂ ਅਸੀਂ ਕਰਵਾਵਾਂਗੇ, ਔਰ ਲੋਕ ਜਿਹੜੇ ਇਸ ਦੇ ਵਿੱਚ ਹਿੱਸਾ ਲੈ ਸਕਣਗੇ। ਪਰ ਇਸ ਦੇ ਬਾਵਜੂਦ ਪਟੀਸ਼ਨਸ ਪੈਂਦੀਆਂ ਰਹੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨਸ ਪਾਈਆਂ ਗਈਆਂ। 250 ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਉਹ ਰੱਦ ਕਰ ਦਿੱਤੀਆਂ ਗਈਆਂ ਸੀ। ਬਾਅਦ ਦੇ ਵਿੱਚ 20 ਇਸ ਤਰ੍ਹਾਂ ਦੀਆਂ ਚੋਣਾਂ ਸੀ ਗਿੱਦੜਬਾਹਾ ਦੇ ਵਿੱਚ, ਉਹ ਰੱਦ ਕਰ ਦਿੱਤੀਆਂ ਗਈਆਂ। ਬੀਤੇ ਕੱਲ ਵੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਵਿਰੋਧੀ ਧਿਰ ਦੇ ਜਿੰਨੇ ਲੀਡਰ ਸੀ, ਪਟੀਸ਼ਨਸ ਪਾ ਕੇ ਕਿ ਇਹ ਚੋਣਾਂ ਦੀ ਪ੍ਰਕਿਰਿਆ ਰੋਕ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਆਖਰ ਕਹਿਤਾ ਕਿ ਜੇ ਅਸੀਂ ਇਹ ਚੋਣਾਂ ਦੀ ਪ੍ਰਕਿਰਿਆ ਰੋਕਤੀ ਤੇ ਇੱਕ ਤਰ੍ਹਾਂ ਦਾ ਇੱਥੇ ਕਿਆਸ ਹੋ ਜਾਏਗਾ, ਇੱਥੇ ਕੜਮੱਸ ਮਚ ਜਾਊਗਾ। ਸੋ ਇਸ ਕਰਕੇ ਅਸੀਂ ਨਹੀਂ ਚਾਹੁੰਦੇ, ਕਿਉਂਕਿ ਤੁਸੀਂ ਹਰ ਜ਼ਿਮਨੀ ਚੋਣ ਲੈ ਕੇ, ਅਸੈਂਬਲੀ ਦੀ ਚੋਣ, ਲੋਕ ਸਭਾ ਦੀ ਚੋਣ ਨੂੰ ਲੈ ਕੇ ਇਸੇ ਤਰ੍ਹਾਂ ਦੇ ਦਾਅਵੇ ਕਰੋਗੇ, ਅਸੀਂ ਉਹਨਾਂ ਦੀ ਜਾਂਚ ਕਰਨ ਦੇ ਵਿੱਚ ਬਹੁਤ ਸਮਾਂ ਲੰਮਾ ਲੱਗ ਜਾਊਗਾ। ਸੋ ਅਸੀਂ ਇਸ ਤੇ ਰੋਕ ਨਹੀਂ ਲਾਉਣੀ। ਹਾਂ, ਉਹਨਾਂ ਨੇ ਹਦਾਇਤਾਂ ਜ਼ਰੂਰ ਕੀਤੀਆਂ ਸੀ ਸਟੇਟ ਨੂੰ, ਸਟੇਟ ਇਲੈਕਸ਼ਨ ਕਮਿਸ਼ਨ ਨੂੰ, ਕਿ ਤੁਸੀਂ ਚੋਣਾਂ ਨਿਰਪੱਖ ਹੋ ਕੇ ਤੇ ਬਗੈਰ ਕਿਸੇ ਹਿੰਸਾ ਤੋਂ ਇਹ ਹੋਣ, ਪਰ ਉਹ ਹੋਈਆਂ ਨਹੀਂ। ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ, ਤੇ ਹੁਣ ਦੇਖਦੇ ਆ ਕਿ ਇਹਨਾਂ ਚੋਣਾਂ ਨੂੰ ਕਿਸ ਤਰ੍ਹਾਂ ਲਿਆ ਜਾਏਗਾ। ਬਹੁਤ ਸਾਰੇ ਕੈਂਡੀਡੇਟ ਜਿੱਤ ਗਏ, ਉਹ ਖੁਸ਼ ਹੋਣਗੇ, ਤੇ ਜਿਹੜੇ ਹਾਰ ਗਏ ਉਹ ਸਾਰੇ ਦਾ ਸਾਰਾ ਦੋਸ਼ ਮੜਨਗੇ ਜਾਂ ਤਾਂ ਸਰਕਾਰ ਤੇ ਜਾਂ ਚੋਣ ਪ੍ਰਕਿਰਿਆ ਤੇ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਇਹਨਾਂ ਚੋਣਾਂ ਦੌਰਾਨ ਪੰਜਾਬ ਦੇ ਵਿੱਚ ਭਾਜਪਾ ਦੇ ਜਿਹੜੇ ਵੱਡੇ ਆਗੂ ਨੇ ਉਹ ਕੋਈ ਬਹੁਤੇ ਸਰਗਰਮ ਨਹੀਂ ਹੋਏ। ਉਹ ਬਿਲਕੁਲ ਹੀ ਨਹੀਂ ਹੋਏ ਜੀ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਦਰੁਸਤ ਹੈ ਵਾਸੂ ਜੀ। ਸਭ ਤੋਂ ਪਹਿਲਾਂ ਤਾਂ ਦੇਖੋ ਕਿ ਕਿਸੇ ਵੀ ਚੋਣ ਨੂੰ ਜਦੋਂ ਕਰਨਾ ਹੁੰਦਾ, ਉਹਦੀ ਅਗਵਾਈ ਕਰਨੀ ਹੁੰਦੀ ਹੈ, ਉਹਦਾ ਪ੍ਰਧਾਨ ਕਰਦਾ। ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਸੀ ਸੁਨੀਲ ਜਾਖੜ ਕੋਲੇ, ਤੇ ਉਹ ਤਾਂ ਅਸਤੀਫਾ ਦੇ ਕੇ ਬਹਿ ਗਏ। ਅੱਜ ਤੱਕ ਉਹਨਾਂ ਨੇ ਮੂੰਹ ਨਹੀਂ ਖੋਲਿਆ ਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ। ਆਸੇ-ਪਾਸੇ ਖਬਰਾਂ ਆਉਂਦੀਆਂ ਰਹੀਆਂ, ਉਹਨਾਂ ਦਾ ਖੰਡਨ ਕਰਦੇ ਰਹੇ, ਪਰ ਉਹ ਚੁੱਪ ਆ। ਕਿਸੇ ਵੀ ਉਹਨਾਂ ਨੇ ਮੀਟਿੰਗ ਦੇ ਵਿੱਚ ਭਾਗ ਨਹੀਂ ਲਿਆ, ਕਿਸੇ ਰੈਲੀ ਦੇ ਵਿੱਚ ਭਾਗ ਨਹੀਂ ਲਿਆ, ਕਿਸੇ ਕੈਂਪੇਨਿੰਗ ਦੇ ਵਿੱਚ ਭਾਗ ਨਹੀਂ ਲਿਆ। ਔਰ ਉਹ ਇਕੱਲੇ ਨਹੀਂ, ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੀਡਰਸ ਨੇ ਜਿਹੜੇ ਇਹਨਾਂ ਚੋਣਾਂ ਤੋਂ ਦੂਰ ਰਹੇ। ਸੋ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਭਾਰਤੀ ਜਨਤਾ ਪਾਰਟੀ ਇਹਨਾਂ ਚੋਣਾਂ ਦੇ ਦੌਰਾਨ ਬਿਲਕੁਲ ਨਦਾਰਦ ਰਹੀ ਜਾਂ ਐਬਸੈਂਟ ਰਹੀ, ਬਲਕਿ ਲੋਕ ਉਹਨਾਂ ਨੂੰ ਲੱਭਦੇ ਰਹੇ। ਸੋ ਦੇਖਦੇ ਆ ਕਿ ਆਉਣ ਵਾਲੀਆਂ ਦਿਨਾਂ ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ, ਕਿ ਉਹਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੀਆਂ ਸਰਗਰਮੀਆਂ ਤੇਜ਼ ਕਰੇਗੀ, ਤੇ ਕੀ ਫਿਰ ਪੰਜਾਬ ਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਸੁਨੀਲ ਜਾਖੜ ਦਾ ਅਸਤੀਫੇ ਦੀ ਕੋਈ ਕਲੈਰਿਟੀ ਆਏਗੀ, ਕੋਈ ਸਪਸ਼ਟੀਕਰਨ ਆਏਗਾ, ਤੇ ਜਾਂ ਫਿਰ ਇਸੇ ਤਰ੍ਹਾਂ ਕਿਓਸ ਦੇ ਵਿੱਚੋਂ, ਇਸੇ ਕੜਮੱਸ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਆਪਣੀ ਰਾਜਨੀਤੀ ਜਾਂ ਸਿਆਸਤ ਕਰਦੀ ਰਹੂਗੀ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਦੇ 4 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਜੀ। ਬਿਲਕੁਲ ਕਰ ਦਿੱਤਾ ਗਿਆ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਮਨੀ ਚੋਣਾਂ ਇਹ ਤਾਂ ਹੋਈਆਂ ਕਿਉਂਕਿ ਜਾਂ ਤਾਂ ਉੱਥੋਂ ਦੇ ਕੁਝ ਇਸ ਤਰ੍ਹਾਂ ਦੇ ਕੈਂਡੀਡੇਟ ਸੀ ਜਿਹੜੇ ਉਹ ਚੋਣ ਜਿੱਤ ਕੇ ਲੋਕ ਸਭਾ ਦੇ ਮੈਂਬਰ ਬਣ ਗਏ। ਤੁਸੀਂ ਬਰਨਾਲਾ ਦੀ ਗੱਲ ਕਰ ਲਓ, ਹੁਸ਼ਿਆਰਪੁਰ ਦੀ ਗੱਲ ਕਰ ਲਓ, ਇਸੇ ਤਰ੍ਹਾਂ ਤੁਸੀਂ ਡੇਰਾ ਬਾਬਾ ਨਾਨਕ ਦੀ ਕਰ ਲਓ। ਇਹ ਸਾਰੀਆਂ ਜਿਹੜੀਆਂ ਚੋਣਾਂ 4 ਜ਼ਿਲ੍ਹਿਆਂ ਦੇ ਵਿੱਚ ਜਾਂ 4 ਅਸੈਂਬਲੀ ਹਲਕਿਆਂ ਦੇ ਵਿੱਚ ਇਹ ਸਾਰੀਆਂ ਚੋਣਾਂ ਹੋਣਗੀਆਂ, ਔਰ ਇਹਨਾਂ ਦੀ ਡੇਟ ਜਾਂ ਇਹਨਾਂ ਦੀ ਤਾਰੀਖ ਵੀ ਜਿਹੜੀ ਆ ਉਹ ਮੁਕਰਰ ਹੋ ਗਈ ਆ। 13 ਨਵੰਬਰ ਨੂੰ ਇਹ ਚੋਣਾਂ ਹੋਣ ਜਾ ਰਹੀਆਂ ਨੇ, ਕਿਉਂਕਿ ਬੀਤੇ ਕੱਲ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਦੀ ਅਨਾਉਂਸਮੈਂਟ ਕਰਤੀ। ਔਰ 4 ਜ਼ਿਲ੍ਹੇ ਜਿਹੜੇ ਵੱਖਰੇ ਵੱਖਰੇ ਨੇ, ਚਾਹੇ ਮੁਕਤਸਰ ਜ਼ਿਲ੍ਹਾ, ਚਾਹੇ ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹਾ, ਚਾਹੇ ਇਸ ਤਰ੍ਹਾਂ ਹੁਸ਼ਿਆਰਪੁਰ ਆ, ਚਾਹੇ ਗੁਰਦਾਸਪੁਰ ਜ਼ਿਲ੍ਹਾ,
ਇਹਨਾਂ ਦੇ ਵਿੱਚ ਚੋਣ ਜਾਬਤਾ 18 ਤਰੀਕ ਨੂੰ ਯਾਨੀ ਕਿ 18 ਅਕਤੂਬਰ ਨੂੰ ਇੱਥੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਊਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ, ਤੇ ਫਿਰ ਇੱਥੇ ਚੋਣ ਜਾਬਤਾ ਲੱਗ ਜਾਊਗਾ। 23 ਤਰੀਕ ਨੂੰ 23 ਨਵੰਬਰ ਨੂੰ ਉਹ ਰਿਜ਼ਲਟ ਆਉਣਗੇ। ਬਾਕੀ ਜਿਹੜੇ ਹੋਰ ਸੂਬੇ ਨੇ ਉੱਥੇ ਵੀ ਚੋਣਾਂ ਹੋਣ ਜਾ ਰਹੀਆਂ ਨੇ, ਤੇ 23 ਨਵੰਬਰ ਤੋਂ ਬਾਅਦ 25 ਨਵੰਬਰ ਤੱਕ ਚੋਣ ਜਾਬਤਾ ਜਾਂ ਜਿਹੜਾ ਮਾਡਲ ਕੋਡ ਆਫ ਕੰਡਕਟ ਆ ਉਹ ਇੱਥੇ ਲੱਗਿਆ ਰਹੇਗਾ। ਤੇ ਇਸ ਸਮੇਂ ਦੌਰਾਨ ਤੁਸੀਂ ਆਪ ਸਮਝ ਸਕਦੇ ਹੋ ਕਿ ਇੱਕ ਪਾਸੇ ਤਾਂ ਸਿਆਸੀ ਗਤੀਵਿਧੀਆਂ ਤੇਜ਼ ਹੋਣਗੀਆਂ, ਦੂਸਰੇ ਪਾਸੇ ਇਹਨਾਂ ਜ਼ਿਲ੍ਹਿਆਂ ਦੀ ਲਗਭਗ ਤਰੱਕੀ ਵੀ ਰੁਕ ਜੂਗੀ, ਕਿਉਂਕਿ ਅਧਿਕਾਰੀ ਕਹਿਣਗੇ ਕਿ ਚੋਣ ਜਾਬਤਾ ਲੱਗ ਗਿਆ, ਹੁਣ ਅਸੀਂ ਨਵਾਂ ਕੋਈ ਕੰਮ ਨਹੀਂ ਕਰ ਸਕਦੇ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦੀ ਮਹਾਰਾਸ਼ਟਰ ਦੀ ਚੋਣ ਦੇ ਵਿੱਚ ਕੀ ਡਿਊਟੀ ਲਗਾਈ ਹੈ ਜੀ? ਦੇਖੋ, ਇੱਕ ਗੱਲ ਤਾਂ ਪਹਿਲੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਚੋਣਾਂ ਡਿਕਲੇਅਰ ਕਰਤੀਆਂ, ਅਸੈਂਬਲੀ ਚੋਣਾਂ। 288 ਅਸੈਂਬਲੀ ਸੀਟਾਂ ਨੇ ਮਹਾਰਾਸ਼ਟਰ ਦੇ ਵਿੱਚ ਤੇ 81 ਇਹ ਸੀਟਸ ਨੇ ਝਾਰਖੰਡ ਦੇ ਵਿੱਚ, ਜਦਕਿ ਇੱਕ ਹੀ ਗੇੜ ਦੇ ਵਿੱਚ, ਇੱਕ ਹੀ ਫੇਸ ਦੇ ਵਿੱਚ ਮਹਾਰਾਸ਼ਟਰ ਦੀਆਂ ਸਾਰੀਆਂ 288 ਅਸੈਂਬਲੀ ਦੀਆਂ ਚੋਣਾਂ ਹੋਣਗੀਆਂ, ਤੇ ਦੂਸਰੇ ਪਾਸੇ ਝਾਰਖੰਡ ਦੀਆਂ 81 ਦੋ ਫੇਜ਼ਸ ਦੇ ਵਿੱਚ ਹੋਊਗੀ। ਇੱਥੇ ਆਪਾਂ ਇਹ ਗੱਲ ਜ਼ਰੂਰ ਜਾਣ ਲਈਏ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਲਗਾਤਾਰ ਇਲਜ਼ਾਮ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਬੈਠਾ ਹੋਇਆ ਔਰ ਇੰਡੀਪੈਂਡੈਂਟ ਜਾਂ ਆਪਣਾ ਨਿਰਪੱਖ ਹੋ ਕੇ ਫੈਸਲੇ ਨਹੀਂ ਕਰ ਰਿਹਾ। ਚਰਨਜੀਤ ਸਿੰਘ ਚੰਨੀ ਦਾ ਜਿੱਥੋਂ ਤੱਕ ਸਵਾਲ ਆ ਵਾਸੂ ਜੀ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਰਹੇ ਆ ਔਰ ਇਸ ਵਕਤ ਵੀ ਇਹ ਕਾਂਗਰਸ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ, ਗਾਂਧੀ ਪਰਿਵਾਰ ਕਹਿ ਲਓ, ਇਹਨਾਂ ਦੇ ਚਾਹੇ ਪ੍ਰਿਯੰਕਾ ਗਾਂਧੀ ਆ, ਰਾਹੁਲ ਗਾਂਧੀ ਆ, ਸੋਨੀਆ ਗਾਂਧੀ ਆ, ਮਲਿਕਾ ਅਰਜੁਨ ਖੜਗੇ ਆ, ਉਹਨਾਂ ਦੇ ਨੇੜੇ ਆ, ਤੇ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਇਹਨਾਂ ਨੂੰ ਅਬਜ਼ਰਵਰ ਬਣਾ ਕੇ ਭੇਜਿਆ ਜਾ ਰਿਹਾ। ਪੂਰੇ ਭਾਰਤ ਦੇ ਵਿੱਚੋਂ 11 ਅਬਜ਼ਰਵਰ ਜਾਣਗੇ, ਜਿਹੜੇ ਇਹ ਦੇਖਣਗੇ ਕਿ ਜਿਹੜੀਆਂ ਉੱਥੇ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਉਹ ਨਿਰਪੱਖ ਹੋਣ, ਫ੍ਰੀ ਐਂਡ ਫੇਅਰ ਹੋਣ। ਇਹਨਾਂ ਨੂੰ ਦੇਖਣ ਦਾ ਜ਼ਿੰਮਾ ਪੰਜਾਬ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ। ਜੀ ਵਾਸੂ ਜੀ। ਮਨਪ੍ਰੀਤ ਜੀ, ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਦਲ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਦੇ ਦਿੱਤਾ ਜੀ। ਅਸਤੀਫਾ ਦੇਣ ਲਈ ਉਹਨਾਂ ਨੂੰ ਮਜਬੂਰ ਹੋਣਾ ਪਿਆ। ਮਜਬੂਰ ਇਸ ਕਰਕੇ ਹੋਣਾ ਪਿਆ ਕਿਉਂਕਿ ਅਕਾਲ ਤਖਤ ਸਾਹਿਬ ਨੇ ਹਦਾਇਤ ਕਰਤੀ ਕਿ ਤੁਸੀਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਔਰ ਅੱਜ ਕੱਲ ਕਾਰਜਕਾਰੀ ਪ੍ਰਧਾਨ ਨੇ ਇਹਨਾਂ ਦੇ ਬਲਵਿੰਦਰ ਸਿੰਘ ਭੂੰਦੜ ਨੂੰ ਕਿ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਬਲਕਿ ਇਹਨੂੰ ਪ੍ਰਾਇਮਰੀ ਮੈਂਬਰਸ਼ਿਪ ਤੋਂ ਵੀ ਕੱਢ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਚੋਣਾਂ ਵੀ ਨਾ ਲੜਨ ਦਿੱਤੀਆਂ ਜਾਣ। ਇਹ ਅਜੀਬ ਜਿਹਾ ਫੈਸਲਾ ਇਸ ਕਰਕੇ ਆਇਆ ਕਿਉਂਕਿ ਵਿਰਸਾ ਸਿੰਘ ਵਲਟੋਹਾ, ਮੈਂ ਥੋੜਾ ਜਿਹਾ ਇਹਨਾਂ ਬਾਰੇ ਦੱਸ ਵੀ ਦਵਾਂ ਕਿ ਪੁਰਾਣਾ ਪਿਛੋਕੜ ਇਹਨਾਂ ਦਾ ਗਰਮ ਖਿਆਲੀ ਰਿਹਾ। ਕਿਸੇ ਵਕਤ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਵੀ ਕਹਿਤਾ ਸੀ ਕਿ ਮੈਂ ਅੱਤਵਾਦੀ ਸੀ, ਅੱਤਵਾਦੀ ਹਾਂ, ਅੱਤਵਾਦੀ ਰਵਾਂਗਾ, ਬੜਾ ਰੌਲਾ ਪਿਆ ਸੀ ਇਹਦਾ। ਔਰ ਉਸ ਤੋਂ ਬਾਅਦ ਖੈਰ ਇਹਨਾਂ ਨੇ ਆਪਣੇ ਸ਼ਬਦ ਵਾਪਸ ਲਏ ਜਾਂ ਇਹਨਾਂ ਨੂੰ ਐਕਸਪੰਜ ਵੀ ਕਰ ਦਿੱਤਾ ਗਿਆ। ਲੇਕਿਨ ਇਹਨਾਂ ਦਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ, ਔਰ ਇਹਨਾਂ ਬਾਰੇ ਇਹ ਵੀ ਹੈ ਕਿ ਇਹ ਸੁਖਬੀਰ ਸਿੰਘ ਬਾਦਲ ਦੇ ਔਰ ਬਿਕਰਮ ਸਿੰਘ ਮਜੀਠੀਆ ਦੇ ਬਹੁਤ ਨੇੜੇ ਦੇ ਨੇ। ਹੁਣ ਇਹਨਾਂ ਨੇ ਕਿਆ ਕੀਤਾ, ਕਾਰਵਾਈ ਹੋ ਕੀ ਆ? ਇਹਨਾਂ ਨੇ ਕੇਵਲ ਇੰਨੀ ਗੱਲ ਕਹੀ ਹੈ ਕਿ ਦੇਖੋ ਜੀ, ਇਸ ਵਕਤ ਅਕਾਲ ਤਖਤ ਸਾਹਿਬ ਦਾ ਜਿਹੜਾ ਇੰਸਟੀਚਿਊਟ ਆ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ, ਪੰਜ ਸਿੰਘ ਸਾਹਿਬਾਨ ਹੋਣ, ਇੱਥੋਂ ਦੇ ਜਿੰਨੇ ਇੰਸਟੀਚਿਊਟਸ ਆ ਉਹ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦੇ ਕਬਜ਼ੇ ਦੇ ਵਿੱਚ ਆ, ਤੇ ਉਹਨਾਂ ਦੇ ਕਬਜ਼ੇ ਦੇ ਵਿੱਚ ਇਹ ਸਾਰੇ ਫੈਸਲੇ ਲਏ ਜਾ ਰਹੇ ਨੇ। ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕੀਤਾ ਜਾ ਰਿਹਾ, ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਰਿਹਾ। ਇਹ ਗੱਲ ਅਕਾਲ ਤਖਤ ਸਾਹਿਬ ਜਾਂ ਗਿਆਨੀ ਰਘਬੀਰ ਸਿੰਘ ਨੂੰ ਪਸੰਦ ਨਹੀਂ ਆਈ ਜਾਂ ਸਿੰਘ ਸਾਹਿਬਾਨ ਨੂੰ, ਇਸੇ ਕਰਕੇ ਉਹਨਾਂ ਨੂੰ ਨੋਟਿਸ ਕੱਢ ਦਿੱਤਾ ਗਿਆ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਕਿਸੇ ਵਕਤ ਜਿਹੜੇ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਔਰ ਇਸ ਤੋਂ ਇਲਾਵਾ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਇਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਬਹੁਤ ਸਾਰਾ ਆਰਐਸਐਸ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਤੱਤ ਇਸ ਵਕਤ ਇਹਨਾਂ ਇੰਸਟੀਚਿਊਟਸ ਦੇ ਵਿੱਚ ਵੜ ਗਿਆ ਔਰ ਇਹਨਾਂ ਇੰਸਟੀਚਿਊਟਸ ਨੂੰ ਖਰਾਬ ਕਰ ਰਿਹਾ ਜਾਂ ਕਮਜ਼ੋਰ ਕਰ ਰਿਹਾ। ਔਰ ਇਹ ਕਾਫੀ ਲੰਬੀ ਕਹਾਣੀ ਆ। ਔਰ ਇਸ ਤੋਂ ਇਲਾਵਾ ਐਸਜੀਪੀਸੀ ਦੇ ਜਨਰਲ ਇਜਲਾਸ ਦੇ ਵਿੱਚ ਆਰਐਸਐਸ ਦੇ ਖਿਲਾਫ ਤਾਂ ਮਤਾ ਵੀ ਪਾਸ ਹੋ ਚੁੱਕਾ ਕਿ ਇਹਨਾਂ ਤੇ ਬੈਨ ਲੱਗਣਾ ਚਾਹੀਦਾ। ਸੋ ਨਵੀਂ ਗੱਲ ਤਾਂ ਕਹੀ ਨਹੀਂ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਮੌਜੂਦਾ ਹਾਲਾਤਾਂ ਦੇ ਵਿੱਚ ਇਹ ਗੱਲ ਅਕਾਲ ਤਖਤ ਸਾਹਿਬ ਨੂੰ ਮਾੜੀ ਲੱਗ ਗਈ। ਹਾਲਾਂਕਿ ਉਹਨਾਂ ਦੀਆਂ 100 ਕਮੀਆਂ ਹੋ ਸਕਦੀਆਂ ਨੇ, ਪਰ ਇਹ ਗੱਲ ਕੋਈ ਨਵੀਂ ਨਹੀਂ ਚੱਲ ਰਹੀ। ਇਹ ਅਕਸਰ ਇਹਨਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਕੁਝ ਜਿਹੜੀਆਂ ਤਾਕਤਾਂ ਨੇ ਖਾਸ ਤੌਰ ਤੇ ਆਰਐਸਐਸ ਦੇ ਨਾਲ ਜੁੜੀਆਂ ਉਹ ਸ਼ਾਮਲ ਹੋ ਗਈਆਂ ਨੇ ਤੇ ਇਸ ਤਰ੍ਹਾਂ ਪੂਰੇ ਧਰਮ ਨੂੰ ਇਹ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਜੀ ਵਾਸੂ ਜੀ। ਮਨਪ੍ਰੀਤ ਜੀ, ਕੈਨੇਡਾ ਤੇ ਇੰਡੀਆ ਦੇ ਵਿਚਕਾਰ ਡਿਪਲੋਮੈਟਿਕ ਟੈਂਸ਼ਨ ਇੱਕ ਵਾਰ ਫਿਰ ਤੋਂ ਹੋਰ ਵੱਧ ਗਈ ਹੈ। ਦੋਨੋਂ ਮੁਲਕਾਂ ਨੇ ਇੱਕ ਦੂਸਰੇ ਦੇ 6-6 ਡਿਪਲੋਮੈਟਸ ਨੂੰ ਐਕਸਪੈਲ ਕਰਨ ਦਾ ਫੈਸਲਾ ਕੀਤਾ ਤੇ ਹੁਣ ਇਸ ਵੇਲੇ ਡਾਇਸਪੋਰਾ ਦੇ ਵਿੱਚ ਇਹ ਬੜਾ ਇੱਕ ਸਹਿਮ ਜਿਹਾ ਬੈਠਿਆ ਹੋਇਆ ਕਿ ਦੋਨੋਂ ਮੁਲਕਾਂ ਦੇ ਵਿਚਕਾਰ ਆਵਾਜਾਈ, ਵੀਜ਼ਾ ਪ੍ਰੋਸੈਸਿੰਗ ਤਾਂ ਨਹੀਂ ਪ੍ਰਭਾਵਿਤ ਹੋਏਗੀ। ਭਾਰਤ ਵਿੱਚੋਂ ਕਿਹੋ ਜਿਹਾ ਰਿਐਕਸ਼ਨ ਆ ਰਿਹਾ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਦੱਸਦਾ ਕਿ ਭਾਰਤ ਲਈ ਇਸ ਤੋਂ ਵੱਡੀ ਨਮੋਸ਼ੀ ਦਾ ਕਾਰਨ ਨਹੀਂ ਹੋ ਸਕਦਾ
ਕਿ ਜਦੋਂ ਤੁਹਾਡੇ ਇਸ ਤਰ੍ਹਾਂ ਦੇ ਕਿਸੇ 11-12 ਹਜ਼ਾਰ ਕਿਲੋਮੀਟਰ ਦੂਰ ਇੱਕ ਮੁਲਕ ਦੇ ਨਾਲ ਜਿਹੜਾ ਕਿ G7 ਦਾ ਹਿੱਸਾ, ਜਿਹੜਾ ਅਮਰੀਕਾ ਦੇ ਨਾਲ ਬੜੇ ਗੂੜੇ ਸੰਬੰਧ ਹੈ ਜਿਹਦੇ, ਉਹਦੇ ਨਾਲ ਤੁਹਾਡੇ ਇਸ ਤਰ੍ਹਾਂ ਦੇ ਰਿਸ਼ਤੇ ਖਰਾਬ ਹੋ ਜਾਣ ਤੇ ਤੁਹਾਡੇ 6 ਡਿਪਲੋਮੈਟਸ ਨੂੰ ਐਕਸਪੈਲ ਕਰ ਦੇ। ਖੁਲਾਸੇ ਮੈਂ ਤੁਹਾਨੂੰ ਥੋੜੇ ਜਿਹੇ ਹੋਰ ਵੀ ਕਰੂੰਗਾ। ਉਸ ਤੋਂ ਬਾਅਦ ਭਾਰਤ ਦਾ ਕੋਈ ਇਹ ਨਵਾਂ ਮਾਮਲਾ ਨਹੀਂ ਹੈ। ਭਾਰਤ ਦੇ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਵੀ ਕਿਸ ਤਰ੍ਹਾਂ ਰਿਸ਼ਤੇ ਖਰਾਬ ਹੋ ਰਹੇ ਨੇ, ਚਾਹੇ ਛੋਟੇ ਛੋਟੇ ਮੁਲਕ ਮਾਲਦੀਵਸ, ਭੂਟਾਨ, ਸ਼੍ਰੀਲੰਕਾ, ਪਾਕਿਸਤਾਨ ਨਹੀਂ ਆ, ਕੈਨੇਡਾ ਪਾਕਿਸਤਾਨ ਨਹੀਂ ਆ। ਜੇ ਤੁਸੀਂ ਇਹ ਭੁੱਲ ਕਰ ਬੈਠੇ ਹੋ ਕਿ ਪਾਕਿਸਤਾਨ ਸਮਝ ਲਓਗੇ ਤੇ ਫਿਰ ਤੁਹਾਡੀ ਬੜੀ ਵੱਡੀ ਭੁੱਲ ਆ। ਹੁਣ ਤੁਸੀਂ ਦੇਖੋ ਕੈਨੇਡਾ ਨੇ ਕਿਹਾ ਕੀ ਆ। 12 ਤਰੀਕ ਨੂੰ ਇੱਕ ਮੀਟਿੰਗ ਹੁੰਦੀ ਹੈ ਸਿੰਗਾਪੁਰ ਦੇ ਵਿੱਚ, ਜਿੱਥੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕੈਨੇਡਾ ਦੇ ਉਹ ਵੀ ਮੌਜੂਦ ਹੁੰਦੇ ਨੇ, ਡਿਪਟੀ ਫੋਰਨ ਮਿਨਿਸਟਰ ਵੀ ਮੌਜੂਦ ਹੁੰਦੇ ਨੇ, ਤੇ ਭਾਰਤ ਵੱਲੋਂ ਅਜੀਤ ਡੋਵਾਲ ਉੱਥੇ ਮੌਜੂਦ ਹੁੰਦੇ ਤੇ ਇਹਨਾਂ ਨੂੰ ਸਾਰੇ ਸਬੂਤ ਦਿੱਤੇ ਜਾਂਦੇ ਨੇ ਕਿ ਤੁਹਾਡਾ ਅਸਲ ਦੇ ਵਿੱਚ ਜਿਹੜਾ ਡਿਪਲੋਮੈਟਿਕ ਸਟਾਫ ਆ ਇੱਥੇ ਆ ਕੇ ਇਹ ਖੂਫੀਆ ਕੰਮ ਕਰਦਾ, ਇਹ ਤਾਂ ਖੂਫੀਆ ਤੰਤਰ ਚਲਾਉਂਦਾ, ਇੱਥੇ ਹਿੰਸਾ ਪੈਦਾ ਕਰਦਾ। ਇੱਥੋਂ ਤੱਕ ਦੀਆਂ ਗੱਲਾਂ ਕੀਤੀਆਂ ਗਈਆਂ ਔਰ ਵਾਸ਼ਿੰਗਟਨ ਪੋਸਟ ਦੇ ਵਿੱਚ ਤਾਂ ਇੱਥੋਂ ਤੱਕ ਅਮਿਤ ਸ਼ਾਹ ਦਾ ਨਾਮ ਲੈ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਆ ਰਹੀਆਂ ਨੇ ਔਰ ਇੱਕ ਹੋਰ ਬੜਾ ਖੁਲਾਸਾ ਕੀਤਾ ਗਿਆ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਨੂੰ ਤੁਸੀਂ ਯੂਜ਼ ਕਰਕੇ ਉੱਥੇ ਹਿੰਸਾ ਕਰਵਾ ਰਹੇ ਹੋ। ਇਹ ਵੀ ਗੱਲਾਂ ਕਹੀਆਂ ਗਈਆਂ ਨੇ, ਹਾਲਾਂਕਿ ਭਾਰਤ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਖਾਰਿਜ ਕੀਤਾ। ਤੁਸੀਂ ਇੱਕ ਚੀਜ਼ ਦੇਖੋ, ਇਸ ਤਰ੍ਹਾਂ ਦੇ ਜਿਹੜੇ ਰਿਲੇਸ਼ਨ ਸੰਬੰਧ ਵਿਗੜਨੇ ਔਰ ਇਕੱਲੇ ਇਹਨਾਂ ਦੇ ਨਾਲ ਨਹੀਂ ਆ, ਅਮਰੀਕਾ ਨੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਸ ਦੇ ਵਿੱਚ ਡਾਇਸਪੋਰਾ ਤੇ ਜਿਹੜਾ ਅਸਰ ਹੋਣਾ ਉਹ ਹੋਣਾ ਹੀ ਆ। ਵਾਸੂ ਜੀ, ਆਪਸ ਦੇ ਵਿੱਚ ਸੰਬੰਧਾਂ ਨੂੰ ਲੈ ਕੇ ਔਰ ਦੇਖੋ ਕੈਨੇਡਾ ਦੀ ਇੱਥੇ ਬੜੀ ਵੱਡੀ ਇਨਵੈਸਟਮੈਂਟ ਆ, ਇਹਦੀ ਇਕਨੋਮਿਕ ਇੰਪਲੀਕੇਸ਼ਨਸ ਵੀ ਆ। ਇੱਥੇ ਜਿਹੜੀਆਂ ਪੈਨਸ਼ਨ ਸਕੀਮਸ ਦੇ ਵਿੱਚ ਉਹਨਾਂ ਨੇ ਘੱਟੋ ਘੱਟ 45 ਬਿਲੀਅਨ ਡਾਲਰਸ ਤੱਕ ਭਾਰਤ ਦੇ ਵਿੱਚ ਇਨਵੈਸਟ ਕਰ ਚੁੱਕੇ ਆ, ਉਹ ਜਿਹੜਾ ਕਿ 4.5 ਲੱਖ ਕਰੋੜ ਦੇ ਕਰੀਬ ਰੁਪਈਆ ਬਣਦਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣ ਜਾਣੇ ਔਰ ਤੁਹਾਡੇ ਵੱਡੇ ਅਫਸਰਾਂ ਤੇ ਇਲਜ਼ਾਮ ਲੱਗ ਜਾਣੇ। ਇਸੇ ਅਜੀਤ ਡੋਵਾਲ ਦੇ ਜਦੋਂ ਖਿਲਾਫ ਸਮਨ ਲਿਖ ਕੇ ਨਿਕਲ ਗਿਆ ਸੀ ਤੇ ਇਹਨਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਨਹੀਂ ਗਏ ਇਹ, ਜਦੋਂ ਪਿਛਲੀ ਵਾਰੀ ਅਮਰੀਕਾ ਗਏ ਆ। ਇਹ ਹਾਲਾਤ ਬਣ ਚੁੱਕੇ ਨੇ। ਸੋ ਇਹ ਕਹਿ ਦੇਣਾ ਕਿ ਠੀਕ ਹੈ ਜੀ, ਤੁਸੀਂ ਸਾਡੇ ਇਲਜ਼ਾਮ ਤੁਹਾਡੇ ਬਿਲਕੁਲ ਖਾਰਜ ਆ, ਕੋਈ ਪ੍ਰਧਾਨ ਮੰਤਰੀ ਗੱਲ ਕਰ ਰਿਹਾ, ਕੋਈ G7 ਕਹਿ ਰਿਹਾ, US ਕਹਿ ਰਿਹਾ, ਅਮਰੀਕਾ ਕਹਿ ਰਿਹਾ ਔਰ ਤੁਸੀਂ ਗੱਲਾਂ ਦੀ ਜਾਂਚ ਹੀ ਨਹੀਂ ਕਰਵਾ ਰਹੀ। ਹੁਣ ਤਾਂ ਸਿੱਧੇ ਇਲਜ਼ਾਮ ਲੱਗ ਗਏ ਆ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, 에ਅਰ ਇੰਡੀਆ ਵੱਲੋਂ ਵੀ ਆਪਣੀਆਂ ਕਈ ਫਲਾਈਟਸ ਕੈਂਸਲ ਕੀਤੀਆਂ ਗਈਆਂ ਨੇ, ਡਾਇਵਰਟ ਕੀਤੀਆਂ ਗਈਆਂ ਨੇ। ਇਹਨਾਂ ਦਾ ਕਹਿਣਾ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਨੂੰ ਕਈ ਬੰਬ ਥ੍ਰੈਟਸ ਮਿਲੇ ਨੇ। ਬਿਲਕੁਲ 8 ਦੇ ਕਰੀਬ ਇਸ ਤਰ੍ਹਾਂ ਦੇ ਜਿਹੜੀਆਂ ਫਲਾਈਟਸ ਆ ਜਾਂ ਤਾਂ ਡਾਇਵਰਟ ਕਰ ਦਿੱਤੀਆਂ ਗਈਆਂ ਜਾਂ ਉਹਨਾਂ ਨੂੰ ਕੈਂਸਲ ਕਰ ਦਿੱਤੀਆਂ ਗਿਆ, ਕਿਉਂਕਿ ਬੰਬ ਸਕੇਅਰ ਕਿ ਤੁਹਾਡੀਆਂ ਇਹਨਾਂ ਫਲਾਈਟਸ ਦੇ ਵਿੱਚ ਕੋਈ US ਜਾ ਰਹੀ ਸੀ, ਕੋਈ ਕੈਨੇਡਾ ਜਾ ਰਹੀ ਸੀ, ਕੋਈ ਜਰਮਨੀ ਜਾ ਰਹੀ ਸੀ। ਇਸ ਤਰ੍ਹਾਂ ਦੀਆਂ ਫਲਾਈਟਸ ਬਹੁਤ ਸਾਰੀਆਂ ਸੀ। 8 ਫਲਾਈਟਸ ਜਿਹੜੀਆਂ ਸੀ, ਉਡਾਨਾਂ ਸੀ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਤੇ ਉਹਨਾਂ ਨੂੰ ਜਾਂ ਤਾਂ ਕਿਸੇ ਸੇਫ ਜਗ੍ਹਾ ਤੇ, ਸੁਰੱਖਿਅਤ ਜਗ੍ਹਾ ਤੇ ਉਹਨਾਂ ਨੂੰ ਲੈਂਡ ਕਰਵਾਇਆ ਗਿਆ ਤੇ ਜਾਂ ਫਿਰ ਉਹਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ। ਹਜੇ ਤੱਕ ਇਹਦੇ ਪਿੱਛੇ ਕੌਣ ਆ, ਕੌਣ ਇਹ ਧਮਕੀਆਂ ਦੇ ਰਿਹਾ, ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ। ਮੈਨੂੰ ਲੱਗਦਾ ਉਸ ਦੀ ਤਹਿਕੀਕਾਤ, ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਆ ਭਾਰਤ ਸਰਕਾਰ ਵੱਲੋਂ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਕਾਂਗਰਸ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਕਿ ਹਰਿਆਣੇ ਦੇ ਇਲੈਕਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਧਾਂਦਲੀ ਹੋਈ ਹੈ ਤੇ ਉਹਨਾਂ ਨੇ ਹੁਣ ਇਲੈਕਸ਼ਨ ਕਮਿਸ਼ਨ ਨੂੰ ਕੋਈ ਸਬੂਤ ਵੀ ਜਮ੍ਹਾਂ ਕਰਵਾਏ ਨੇ। ਉਹਨਾਂ ਨੇ 13 ਕੰਸਟੀਚੁਐਂਸੀ ਦੇ ਹਰਿਆਣੇ ਦੇ ਵਿੱਚ, ਜਿੱਥੇ ਉਹਨਾਂ ਨੂੰ ਲੱਗਦਾ ਕਿ ਜਿਹੜੀਆਂ EVM ਮਸ਼ੀਨਸ ਨੇ, ਇਲੈਕਟ੍ਰੋਨਿਕ VOTING ਮਸ਼ੀਨਸ, ਉਹਨਾਂ ਦੀਆਂ ਬੈਟਰੀਜ਼ ਦੇ ਵਿੱਚ ਕਿਉਂ ਉਹਨਾਂ ਨੂੰ ਓਵਰਚਾਰਜ ਪਾਇਆ ਗਿਆ, ਕਿਉਂ ਉੱਥੇ ਜਿਹੜੀ ਕਾਊਂਟਿੰਗ ਸਲੋ ਕੀਤੀ ਗਈ, ਕਿਸ ਤਰ੍ਹਾਂ ਉਸ ਕਾਊਂਟਿੰਗ ਨੂੰ ਇਨਫਲੂਐਂਸ ਕੀਤਾ ਗਿਆ, ਇਹ ਸਾਰੇ ਉਹਨਾਂ ਨੇ ਸਬੂਤ ਐਵੀਡੈਂਸ ਕਰਕੇ ਇਕੱਠੇ ਕਰਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੇ ਤਾਂ ਦਿੱਤੇ ਆ। ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਆਪਾਂ ਨੂੰ ਪਤਾ ਹੀ ਹੈ ਇੰਸਟੀਚਿਊਟ ਕਿੰਨਾ ਕਮਜ਼ੋਰ ਹੋ ਚੁੱਕਾ ਭਾਰਤ ਦੇ ਵਿੱਚ ਔਰ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੱਲਦਾ। ਸੋ ਇਹਨਾਂ ਚੀਜ਼ਾਂ ਕਰਕੇ ਹੋ ਸਕਦਾ ਉਹ ਇਹਨਾਂ ਤੇ ਕਾਰਵਾਈ ਨਾ ਕਰੇ ਤੇ ਜੇ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਇਸ ਦੇ ਵਿੱਚ ਇੰਟਰਵੀਨ ਨਹੀਂ ਕਰਦਾ ਉਨੀ ਦੇਰ ਤੱਕ ਮੈਨੂੰ ਲੱਗਦਾ ਨਹੀਂ, ਜਿੰਨੀਆਂ ਮਰਜ਼ੀ ਐਲੀਗੇਸ਼ਨ ਲਾਈ ਚੱਲੋ, ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸੇ ਤਰ੍ਹਾਂ ਇਹਨਾਂ ਨੂੰ ਖਾਰਿਜ ਕਰ ਦਿੰਦਾ ਤੇ ਕਿਸੇ ਤਰ੍ਹਾਂ ਇਹਨਾਂ ਚੋਣਾਂ ਨੂੰ ਨਿਰਪੱਖ ਹੋਣ ਦਾ ਜਾਂ ਕਰਵਾਉਣ ਦਾ ਭਰੋਸਾ ਵੀ ਨਹੀਂ ਦਿੰਦਾ। ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।